अस्सलाम वालेकुम वरहमतुल्लाहि वबरकातुहू। ਡਾਕਟਰ ਨਬੀਹਾ ਤੇ ਹਾਰਿਸ ਖੋਖਰ ਕਿਸੇ ਤਾਰਫ ਦੇ ਮੁਹਤਾਜ ਨਹੀਂ। ਤੁਸੀਂ ਸਾਰੇ ਤੇ ਇਹਨਾਂ ਨੂੰ ਜਾਣਦੇ ਹੋਵੋਗੇ, ਜਿਹੜੇ ਨਹੀਂ ਵੀ ਜਾਣਦੇ ਉਹਨਾਂ ਵੀ ਇਹਨਾਂ ਦੀ ਵੀਡੀਓ ਵੇਖ ਕੇ ਯਕੀਨਨ ਜਾਣ ਲਿੱਤਾ ਹੋਏਗਾ ਕਿ ਇਹਨਾਂ ਦੇ ਕਿੰਨੇ ਰੌਲੇ ਪਏ ਨੇ, ਕਿੰਨੇ ਸਿਆਪੇ ਪਏ ਨੇ। ਸ਼ਾਦੀ ਤੋਂ ਪਹਿਲੇ ਮੁਲਾਕਾਤਾਂ ਦਾ ਇਹੀ ਹਾਲ ਹੁੰਦਾ ਵੇ ਜੋ ਇਹਨਾਂ ਦਾ ਹੋਣ ਦਿਆ ਹੈ। ਸ਼ਾਦੀ ਤੋਂ ਪਹਿਲੇ 5-6 ਸਾਲ ਤੱਕ ਮਿਲਦੇ ਰਹੇ, ਉਦੋਂ ਤੱਕ ਇਹਨਾਂ ਨੂੰ ਪਤਾ ਨਹੀਂ ਸੀ। ਲੇਕਿਨ ਬਾਅਦ 'ਚ ਜਦੋਂ ਸ਼ਾਦੀ ਦਾ ਇਰਾਦਾ ਕੀਤਾ ਤੇ ਸ਼ਾਦੀ ਦੇ ਵਿੱਚ ਵੀ ਏਡੀਆਂ ਗੱਪਾਂ ਮਾਰੀਆਂ ਕਿ 40 ਕਿਲੋ ਇਹਨਾਂ ਨੂੰ ਸੋਨਾ ਪਿਆ ਵੇ। ਤੇ ਲੇਕਿਨ ਇਹਨਾਂ ਦਾ ਮੌਕਫ ਹੈ ਕਿ ਇਹਨਾਂ ਨੂੰ ਤੇ ਸੋਨਾ ਪਿਆ ਹੀ ਨਹੀਂ, कोई सोना नहीं पहनाया। ਖੈਰ ਸੋਨਾ ਪਵਾਉਣ ਵਾਲੀ ਗੱਲ ਤੇ ਬਿਲਕੁਲ ਝੂਠ ਨਿਕਲੀ। ਉਹਨਾਂ ਨੇ ਆਪਣੇ ਮੂੰਹੋਂ ਕਹਿਤਾ ਕਿ ਉਹਨਾਂ ਨੂੰ ਕੋਈ ਸੋਨਾ ਨਹੀਂ ਪਿਆ। ਫਿਰ ਇਹਨਾਂ ਦੇ ਘਰ ਰੌਲੇ ਰੱਪੇ ਇਸ ਚੀਜ਼ ਦੇ ਪੈਣ ਲੱਗ ਪਏ ਕਿ ਉਹ ਆਪਣੀ ਭਾਬੀ ਕੋਲ ਕਿਉਂ ਬਹਿੰਦਾ ਹੈ, ਮਾਂ ਕੋਲ ਕਿਉਂ ਬਹਿੰਦਾ ਹੈ। ਇਹ ਸਾਰੀਆਂ ਗੱਲਾਂ ਵੀ ਵਿਆਹ ਦੇ ਪਹਿਲੇ ਦਿਨ ਤੋਂ ਸ਼ੁਰੂ ਹੋ ਗਈਆਂ, ਯਾਨੀ ਕਿ ਤੀਸਰੇ ਦਿਨ ਤੋਂ ਲੜਾਈਆਂ ਸ਼ੁਰੂ ਹੋਣ ਲੱਗ ਪਈਆਂ। ਉਸ ਲੜਾਈਆਂ ਦੇ ਦੌਰਾਨ ਇਹਦਾ ਮੇਕਅਪ ਨਹੀਂ ਘਟਿਆ, ਇਹਦੇ ਵਾਲਾਂ ਦਾ ਡਾਈ ਕਲਰ ਵੀ ਉਹੀ ਰਿਹਾ, ਇਹਦੀ ਹਰ ਚੀਜ਼ ਸਹੀ ਸੈੱਟ ਰਹੀ। ਇਹਦੇ ਵਲੋਗ ਵੀ ਲੋਕੀ ਵੇਖਦੇ ਰਹੇ। ਇਹ ਸਾਰੇ ਮਾਮਲਾ ਜਿਹੜੇ ਨੇ ਘਰ ਦੇ ਸਾਰੇ ਇਹਨਾਂ ਦੇ ਪੂਰੇ ਹੁੰਦੇ ਰਹੇ। ਲੇਕਿਨ ਸੋਸ਼ਲ ਮੀਡੀਆ 'ਤੇ ਇਹਨਾਂ ਨੇ ਤੁਹਾਨੂੰ ਐਡਾ ਬੇਵਕੂਫ ਬਣਾਇਆ, ਤੁਹਾਨੂੰ ਇਹੀ ਦੱਸਿਆ ਕਿ ਵੀ ਤਲਾਕ ਹੋ ਗਈ, ਖੁਲਾ ਦਿੱਤੀ ਗਈ, ਫਲਾਂ। ਲੇਕਿਨ ਤੁਸੀਂ ਲੋਕਾਂ ਨੇ ਫਿਰ ਵੀ ਇਹਨਾਂ 'ਤੇ ਪੂਰਾ ਯਕੀਨ ਕੀਤਾ ਤੇ ਆਪਣਾ टाइम ही बर्बाद किया। मुझे बहुत देर बाद समझ आई कि जिस शख्स के साथ मैं शादी के बंधन में बंध चुकी हूँ, ये शख्स मेरे साथ मुखलिस नहीं है। ਪਹਿਲੇ ਡਾਕਟਰ ਨਬੀਹਾ ਨੂੰ ਤੀਸਰੇ ਦਿਨ ਪਤਾ ਚੱਲਿਆ ਕਿ ਇਹ ਸ਼ਖਸ ਮੇਰੇ ਲਈ ਮੁਖਲਸ ਨਹੀਂ ਹੈਗਾ। ਫਿਰ ਇਹਨਾਂ ਨੂੰ ਕਾਫੀ ਟਾਈਮ ਤੋਂ ਬਾਅਦ ਵੀ ਇਹੀ ਗੱਲ ਦਾ ਪਤਾ ਚੱਲਿਆ ਕਿ ਇਹ ਤੇ ਮੇਰੇ ਨਾਲ ਮੁਖਲਸ ਹੈ ਹੀ ਨਹੀਂ। ਤੇ ਇਹ ਲੜਾਈ ਇਸੇ ਤਰ੍ਹਾਂ ਵੱਧਦੀ ਗਈ। ਗੱਲ ਹਲੇ ਮੁੱਕੀ ਨਹੀਂ, ਹਲੇ ਬੜੀ ਦੂਰ ਤੱਕ ਗੱਲ ਜਾਣੀ ਹੈ। ਹਲੇ ਤੇ ਵੇਖਣਾ ਤੁਹਾਨੂੰ ਕੀ ਨਜ਼ਰ ਆਣਾ ਹੈ ਇਸ ਵੀਡੀਓ 'ਚ। ਉਹਦੀ ਮਾਂ ਭੈਣ ਤੇ ਇਹਨੇ ਇਲਜ਼ਾਮ ਲਾਏ, ਲੇਕਿਨ ਉਹ ਇੰਨਾ ਗੈਰਤਮੰਦ ਇਨਸਾਨ ਸੀ, ਸਾਰਾ ਕੁਝ ਸੁਣਦਾ ਰਿਹਾ। ਉਹਨੇ ਕਿਹਾ ਕੋਈ ਗੱਲ ਨਹੀਂ, ਫਿਰ ਕਿਹੜੀ ਗੱਲ ਏ, ਇਹ ਇਲਜ਼ਾਮ ਦੀ ਕਿਹੜੀ ਗੱਲ ਏ। ਲੇਕਿਨ ਫਿਰ ਇੱਕ ਦਿਨ ਭੋਰਾ ਜਿਹੀ ਗੈਰਤ ਜਾਗੀ ਤੇ ਉਹਨੇ ਇਹਨੂੰ ਫੜ ਲਿਆ। ਲੇਕਿਨ ਡਾਕਟਰ ਨਬੀਹਾ ਵੀ ਕਿੱਥੋਂ ਹਾਰ ਮੰਨਣ ਵਾਲੀ ਸੀ। ਉਹਨੇ ਕਿਹਾ ਦੱਸ ਉਹ ਫਾਤਮਾ ਨਾਂ ਦੀ ਕੁੜੀ ਕੌਣ ਹੈ ਜਿਹਦੇ ਫੋਨ ਤੈਨੂੰ ਆਉਂਦੇ ਨੇ, ਜਿਹਦੇ ਮੈਸੇਜ ਆਉਂਦੇ ਨੇ, ਜਿਹੜੀ ਤੇਰੇ ਕੋਲੋਂ ਪੈਸੇ ਮੰਗਦੀ ਹੈ, ਉਹ ਕੌਣ ਹੈ। ਤੇ ਜਦੋਂ ਫਿਰ ਉਹਨੇ ਉਹਨੂੰ ਕਿਹਾ ਤੂੰ ਆਪਣੀ ਭਰਜਾਈ ਨੂੰ ਆਪਣੇ ਕਮਰੇ 'ਚ ਬਿਠਾ ਕੇ ਤੇ ਕੀ ਕਰਨ ਦਿਆ ਸੀ, ਬਾਹਰੋਂ ਦਰਵਾਜ਼ਾ ਕਿਉਂ ਬੰਦ ਕੀਤਾ ਸੀ। ਇਹ ਸਾਰੀਆਂ ਗੱਲਾਂ ਕੀਤੀਆਂ ਤੇ ਉਹਨੇ ਕਿਹਾ ਚੱਲ ਮੈਂ ਘਰ 'ਚ ਕੀ ਲੜਾਈ ਪਾਉਣੀ ਹੈ, ਇਹ ਘਰ ਦੀਆਂ ਗੱਲਾਂ ਘਰ ਤੱਕ ਰਹੀਏ। ਲੇਕਿਨ ਇਹਨੇ ਤੇ ਮੀਡੀਆ ਦੇ ਉੱਤੇ ਰੌਲਾ ਪਾਤਾ, ਇਹਨੇ ਸਾਰਿਆਂ ਨੂੰ ਦੱਸ ਦਿੱਤਾ। ਉਹਨੇ ਇਹਦੇ ਹੱਥੋਂ फ़ोन खोया तो क्या आइंदा मेरे फ़ोन में नहीं घुसना। इसने मुझे गालियाँ निकालनी शुरू की तो मुझे बालों से पकड़ के बेड पे से नीचे गिराया, मुझे ठुड्डे मारे, जूते मारे, बदतमीज़ी की। मुक्के ठुड्डे खान तो बाद इन्हें अपने आप ਨੂੰ ਉਠਾਇਆ। ਫਿਰ ਇਹਨੇ ਆਪਣੇ ਆਪ ਨੂੰ ਝਾੜ ਝੋੜ ਕੇ ਇਹਨੇ ਆਪਣਾ ਮੇਕਅਪ ਸਾਰਾ ਸਹੀ ਕੀਤਾ ਤੇ ਆ ਕੇ ਫਿਰ ਆਪਣੇ ਜਿਹੜਾ ਨਾ ਇਹਨੇ ਲੋਕਾਂ ਨੂੰ ਇੰਟਰਵਿਊ ਦੇਣੇ ਸ਼ੁਰੂ ਕਰ ਦਿੱਤੇ। ਦੇਖੋ ਕਿੱਡੀ ਬਹਾਦਰ ਔਰਤ ਹੈ, ਇਹਨੇ ਹਿੰਮਤ ਨਹੀਂ ਹਾਰੀ। ਇਹਨੇ ਠੁੱਡੇ ਵੀ ਖਾਧੇ, ਮੁੱਕੇ ਵੀ ਖਾਧੇ, ਮਾਰਾਂ ਵੀ ਖਾਧੀਆਂ, ਲੇਕਿਨ ਮੇਕਅਪ ਕਰਨਾ ਨਹੀਂ ਛੱਡਿਆ। ਇਹ ਤੁਹਾਡੇ ਔਰਤਾਂ ਵਾਸਤੇ ਇੱਕ ਬੜੀ ਵੱਡੀ ਮਿਸਾਲ ਹੈ ਕਿ ਜਦੋਂ ਤੁਹਾਨੂੰ ਮਾਰ ਕੁੱਟ ਘਰੋਂ ਪਵੇ ਤੇ ਦਿਲ ਨਹੀਂ ਛੱਡਣਾ ਤੁਸੀਂ। ਡਾਕਟਰ ਨਬੀਹਾ ਦੀਆਂ ਗੱਲਾਂ ਨੇ ਕਿ ਹਿੰਮਤ ਨਹੀਂ ਹਾਰਨੀ। ਆਪਣੇ ਘਰ ਨੂੰ ਬਚਾਉਣ ਵਾਸਤੇ ਤੁਸੀਂ ਬਾਹਰ ਆ ਕੇ ਰੌਲਾ ਪਾ ਸਕਦੀਆਂ ਜੇ, ਸੋਸ਼ਲ ਮੀਡੀਆ ਦੇ ਉੱਤੇ ਸਾਰਿਆਂ ਨੂੰ ਦੱਸ ਸਕਦੀਆਂ ਜੇ, ਲੇਕਿਨ ਤੁਸੀਂ ਆਪਣੇ ਮੇਕਅਪ ਦਾ ਵਸਾ ਨਹੀਂ ਖਾਣਾ, ਉਹਨੂੰ ਪੂਰਾ ਆਪਣੇ ਮੂੰਹ ਦੇ ਉੱਤੇ ਰੱਖਣਾ ਵੇ, ਕਿਉਂਕਿ ਤੁਸੀਂ ਲੋਕਾਂ ਨੂੰ ਸਾਰੀ ਕਹਾਣੀ ਸੁਣਾਉਣੀ ਹੈ। ਇਹਨਾਂ ਦੋਵਾਂ ਦੀ ਲੜਾਈ ਦੇ ਦੌਰਾਨ ਤੇ ਪਤਾ ਚੱਲਿਆ ਕਿ ਡਾਕਟਰ ਨਬੀਹਾ ਤੇ ਗੈਬ ਦਾ ਇਲਮ ਵੀ ਜਾਣਦੀ ਹੈ। ਉਹਦੇ ਪਹਿਲੇ ਹੀ ਸਾਰਾ ਕੁਝ ਪਤਾ ਚੱਲ ਜਾਂਦਾ ਸੀ। मुझे निकाह वाले दिन ही पता चल गया था कि मेरा गलत फैसला है। मुझे अपने घर जाना है, मुझे घर जाना है, मुझे अपने घर जाना है। ਇੱਕ ਗਲਤ ਫੈਸਲਾ ਡਾਕਟਰ ਨਬੀਹਾ ਕੋਲ ਹੋ ਗਿਆ ਤੇ ਬਾਕੀ ਹੁਣ ਗਲਤ ਫੈਸਲੇ ਜਿਹੜੇ ਨੇ ਉਹ ਲੋਕਾਂ ਕੋਲ ਹੁੰਦੇ ਨੇ, ਜਿਹੜੇ ਰੋਜ਼ ਇਹਨਾਂ ਦੀ ਵੀਡੀਓ ਵੇਖਦੇ ਨੇ। ਇਹਨਾਂ ਨੇ ਤੇ ਕੁੱਤੀ ਚੀਕਾ ਲਾਈ ਰੱਖਣਾ ਵੇ। ਇਹਨਾਂ ਨੇ ਤੇ ਇਹ ਲੜਾਈ ਜਿਹੜੀ ਹੈ ਹੋਰ ਵਧਾਉਣੀ ਹੈ ਵਿਊਜ਼ ਦੇ ਚੱਕਰਾਂ 'ਚ। ਯਕੀਨ ਕਰੋ ਮੈਂ ਇਹਨਾਂ ਦੀਆਂ ਵੀਡੀਓ ਵੇਖਿਆ ਤੇ ਸਾਰਾ ਰੌਲਾ ਵਿਊਜ਼ ਦਾ। ਕੋਈ ਐਸੀ ਗੱਲ ਨਹੀਂ ਇਹਨਾਂ ਦੀ ਜਿਹੜੀ ਕਿ ਵਿਊਜ਼ ਤੋਂ ਬਗੈਰ ਹੋਵੇ। ਨਾ ਡਾਕਟਰ ਨਬੀਹਾ ਏਡੀ ਨੋਨੀ ਕਾਕੀ ਹੈ ਕਿ ਇਹਨੂੰ ਵਰਗਲਾਇਆ ਗਿਆ ਸੀ, ਔਰ ਨਾ ਖੋਖਰ ਹਾਰਿਸ ਖੋਖਰ ਜਿਹੜਾ ਵੇ ਇਹਦੇ ਭਰਾ ਨੇ, ਇਹਦੇ ਸਾਲੇ ਨੇ ਇਹਦਾ ਨਾਮ ਪਤਾ ਕੀ ਰੱਖਿਆ ਹੈ,
ਠੋਕਰ। ਉਹਨੇ ਕਿਹਾ ਇਹ ਤੇ ਖੋਖਰਾਂ ਨੂੰ ਵੀ ਇਲਾਜ ਲਾਉਣ ਆਏ, ਇਹ ਠੋਕਰ ਏ। ਤੇ ਇਹ ਲੋਕ ਜਿਹੜੇ ਜੇ ਆਪਣੇ ਫੇਮ ਵਾਸਤੇ ਸਾਰਾ ਕੁਝ ਕਰਦੇ ਪਏ ਨੇ, ਇਹਨਾਂ ਨੂੰ ਨਾ ਇੱਕ ਦੂਜੇ ਦੀ ਇੱਜ਼ਤ ਦਾ ਪਾਸ ਏ। ਐਂਡ ਤੇ ਜਾ ਕੇ ਤੁਹਾਨੂੰ ਮੈਂ ਇਹਦੇ ਭਰਾ ਦੀ ਜਿਹੜੀ ਇਹ ਸਟੇਟਮੈਂਟ ਜਿਹੜੀ ਉਹਨੇ ਦਿੱਤੀ ਏ, ਇਹਨਾਂ ਦੇ ਬਾਰੇ 'ਚ ਉਹਨੇ ਗੱਲਾਂ ਕੀਤੀਆਂ ਨੇ, ਸਾਫ਼-ਸਾਫ਼ ਦੱਸ ਦਿੱਤਾ ਹੈ ਕਿ ਇਹ ਸਾਰਾ ਡਰਾਮਾ ਜੀ, ਇਹਨਾਂ ਦੇ ਪਿੱਛੇ ਨਾ ਲੱਗੋ। ਤੁਸੀਂ ਲੋਕ ਇਹਨਾਂ ਨੂੰ ਵੇਖਦੇ ਜੇ ਤੇ ਇਹ ਮਜ਼ਲੂਮ ਬਣ ਕੇ ਆਪਣੀ ਤੁਹਾਨੂੰ ਕਹਾਣੀ ਸੁਣਾਉਂਦੀ ਏ। ਇਹ ਬਿਲਕੁਲ ਮਜ਼ਲੂਮ ਔਰਤ ਨਹੀਂ ਜੀ ਹੈਗੀ। ਇਹ ਯਕੀਨ ਕਰੋ ਸਾਰਾ ਇਹਨਾਂ ਦੋਵਾਂ ਦਾ ਇੱਕ ਪਲਾਨ ਜੇ। ਡਾਕਟਰ ਨਬੀਹਾ ਉਂਝ ਤੇ ਬੜੀ ਸਿਆਣੀ ਬਣਦੀ ਏ, ਲੇਕਿਨ ਖੁਲਾ ਤੋਂ ਬਾਅਦ ਤਲਾਕ ਹੋ ਜਾਂਦੀ ਏ। ਇਹ ਸਾਨੂੰ ਇਹਨਾਂ ਦੀ ਜ਼ੁਬਾਨੀ ਪਤਾ ਚੱਲਿਆ। ਲੇਕਿਨ ਅਗਰ ਤਲਾਕ ਹੋ ਗਈ ਸੀ ਤੇ ਫਿਰ ਇਹ ਇੱਧਰ ਤੇ ਬਹਿੰਦੀ ਏ ਇੱਥੇ ਤਿਆਰ ਸ਼ਿਆਰ ਹੋ ਕੇ ਇੰਟਰਵਿਊ ਦੇਣ ਆਈ ਏ। ਇਹ ਗੱਲ ਸਮਝ ਨਹੀਂ ਆਈ। ਲੇਕਿਨ ਉਹ ਦੇਖੋ ਹਲੇ ਵੀ ਉਹਦੇ ਨਿਕਾਹ 'ਚ ਏ, ਕਿਉਂਕਿ ਇੱਕ ਇਹਨੇ ਖੁਲਾ ਦਾ ਨੋਟਿਸ ਭੇਜਿਆ, ਉਹਨੇ ਤਲਾਕ ਦਾ ਭੇਜਿਆ। ਇੱਕ ਤਲਾਕ ਹੋਈ, ਲੇਕਿਨ ਤਲਾਕ 3 ਤੋਂ ਬਾਅਦ ਤਲਾਕ ਹੁੰਦੀ ਹੈ ਤੇ ਲੇਕਿਨ ਉਹ ਤੇ ਉਹਨੂੰ ਆਪਣਾ ਸ਼ੋਰ भी नहीं मनन दई। अपने हस्बैंड पे साबिक हस्बैंड ही कहेंगे, मैंने आपने खुला दायर blind- कर जी जी मैंने ठीक खुला है। दायर कर दी। जी ਖੁਲਾ ਦਾ ਨੋਟਿਸ ਭੇਜਣ ਤੋਂ ਬਾਅਦ ਉਹਨੂੰ ਆਪਣਾ ਸ਼ੋਹਰ ਮੰਨਣ ਤੋਂ ਇਨਕਾਰ ਕਰ ਦਿੱਤਾ। ਫਿਰ ਉਹਨੇ ਕਿਹਾ ਹੁਣ ਮੈਂ ਰੱਜ ਕੇ ਇਹਨਾਂ ਦੀਆਂ ਬੁਰਾਈਆਂ ਕਰਾਂ। ਫਿਰ ਇਹਨੇ ਉਹ ਗੱਲ ਲੋਕਾਂ ਨੂੰ ਦੱਸੀ ਜਿਹੜੀ ਕਿ ਨਹੀਂ ਸੀ ਦੱਸਣੀ ਚਾਹੀਦੀ। ਡਾਕਟਰ ਨਬੀਹਾ ਪੜ੍ਹੀ ਲਿਖੀ ਖਤੂਨ, ਜ਼ਾਹਰੀ ਬਾਤ ਹੈ। ਉਹਨੇ ਦੱਸਿਆ ਜੀ ਕਿ ਉਹਦਾ ਸ਼ੋਹਰ ਤੇ ਉਹਦੇ ਨਾਲ ਹੱਕੇ ਜ਼ੌਜੀਅਤ ਵੀ ਨਹੀਂ ਅਦਾ ਕਰ ਸਕਿਆ ਤੇ ਅੱਜ ਤੱਕ ਉਹ ਜਿਹੜਾ ਨਾ ਉਹ ਬਾਹਰ ਮੂੰਹ ਮਾਰ ਲੈਂਦਾ, ਲੇਕਿਨ ਉਹ ਆਪਣੀ ਬੀਵੀ ਕੋਲ ਨਹੀਂ ਆਉਂਦਾ। ਘਰ ਬੀਵੀ ਹੋਣ ਦੇ ਬਾਵਜੂਦ ਵੀ ਉਹ ਬਾਹਰ ਵਾਲੀਆਂ ਔਰਤਾਂ ਨੂੰ ਛੇੜਦਾ ਸੀ, ਉਹਨਾਂ ਦੇ ਫੋਨਾਂ 'ਤੇ ਗੱਲ ਕਰਦਾ ਸੀ। ਰਾਤ 4-4 ਵਜੇ ਤੱਕ ਜਾਗਦਾ ਰਹਿੰਦਾ ਸੀ। ਪਤਾ ਨਹੀਂ ਕਿਹੜੀ ਸਲਾਜੀਤ ਖਾਂਦਾ ਸੀ, ਕਿਹੜੀ ਮਜੂਨ ਮੱਛੀ ਖਾਂਦਾ ਸੀ, ਜਿਹੜੀ ਕਿ ਉਹਨੂੰ ਆਪਣੀ ਔਰਤ ਦੀ ਤਲਬ ਨਹੀਂ ਸੀ ਹੁੰਦੀ, ਬਾਹਰ ਦੀਆਂ ਔਰਤਾਂ 'ਤੇ ਮੂੰਹ ਮਾਰਦਾ ਸੀ। ਇੰਨੀ ਜ਼ਲਾਲਤ ਬੰਦਾ ਉੱਥੇ ਕਰਦਾ ਜਿੱਥੇ ਵਾਪਸੀ ਦਾ ਕੋਈ ਇਮਕਾਨ ਨਾ ਹੋਵੇ। ਲੇਕਿਨ ਇਹਨਾਂ ਦੋਵਾਂ ਦੀ ਕਹਿੰਦੇ ਨੇ ਜੀ ਫਿਰ ਸੁਲ੍ਹਾ ਹੋ ਗਈ ਏ। ਇਹ ਕਿਹੜੀ ਸੁਲ੍ਹਾ ਏ ਜਿਹੜੀ ਇੰਨੀ ਜ਼ਲਾਲਤ ਕਰਨ ਤੋਂ ਬਾਅਦ ਫਿਰ ਹੁਣ ਇਹਨਾਂ ਨੂੰ ਇੱਕਮਿਕ ਹੋਣ 'ਤੇ ਮਜਬੂਰ ਕਰਨ ਦੀ ਏ। ਇਹ ਇਹਨਾਂ ਦੇ ਫਿਰ ਬਿਆਨ सुनो ये की कहते पे ने। मौलाना तारिक जमील साहब से मेरी बात हुई अच्छा, और उन्होंने मुझे जब कहा कि बेटे आपको मशवरा ये है कि आप खुला की तरफ जो मामला आपने किया यहाँ आप जरा ठहर जाएं। ਲਓ ਜੀ ਕਹਾਣੀ 'ਚ ਟਵਿਸਟ ਕੈਸਾ ਆਇਆ ਵੇ ਕਿ ਮੌਲਾਨਾ ਤਾਰਕ ਐਨ ਟਾਈਮ ਦੇ ਉੱਤੇ ਆ ਕੇ ਜਦੋਂ ਉਹਨਾਂ ਨੇ ਵੇਖ ਲਿਆ ਕਿ ਇਹਨਾਂ ਲੋਕਾਂ ਨੇ ਇੱਕ ਦੂਜੇ ਦੇ ਚੰਗੇ ਕੱਪੜੇ ਲਾਏ ਨੇ, ਚੰਗੀ ਜ਼ਲਾਲਤ ਕੀਤੀ ਹੈ, ਚੰਗਾ ਇੱਕ ਦੂਜੇ ਨੂੰ ਰਗੜੇ ਲਗਾਏ ਨੇ, ਚੰਗੀ ਬੇਇੱਜ਼ਤੀ ਕੀਤੀ ਹੈ, ਤੇ ਫਿਰ ਮੌਲਾਨਾ ਤਾਰਕ ਜਮੀਲ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਨਹੀਂ ਧੀਏ ਬਸ ਕਰ, ਤੂੰ ਵਾਪਸ ਜਾਣਾ ਹੈ, ਤੂੰ ਖੁਲਾ ਜਿਹੜੀ ਹੈ ਨਾ ਦੇਤੀ ਹੈ, ਅੱਗੋਂ ਜਿਹੜਾ ਮਾਮਲਾ ਹੋਏਗਾ ਉਹ ਮੈਂ ਆਪੇ ਨਿਬੜ ਲਾਂਗਾ ਤੇ ਲਿਹਾਜ਼ਾ ਤੂੰ ਜ਼ਰਾ ਨਾ ਹੁਣ ਕੰਟਰੋਲ 'ਚ ਰਹਿ। ਫਿਰ ਡਾਕਟਰ ਨਬੀਹਾ ਦੇ ਦਿਲ ਦੇ ਵਿੱਚ ਆਇਆ ਕਿ ਇੱਕ ਦਿਨ ਉਹਨੇ ਮਹਿਸੂਸ ਕੀਤਾ ਕਿ ਉਹਦਾ ਬੇਟਾ ਬੜਾ ਚੁੱਪ ਗੁੰਮ-ਸੁੰਮ ਸੀ। ਤੇ ਉਹਨੇ ਕਿਹਾ ਪੁੱਤਰ ਕੀ ਗੱਲ ਏ? ਤੇ ਉਹ ਬੱਚਾ ਉਹਦਾ ਨਾ ਕਹਿੰਦੀ ਹੈ ਫੋਨ ਦੇ ਵਿੱਚ ਬਾਰ-ਬਾਰ ਨੱਸ ਕੇ ਜਾਵੇ ਤੇ ਕਵੇ ਮਾਮਾ ਮੈਂ ਪਾਪਾ ਨੂੰ ਫੋਨ ਕਰਨਾ ਹੈ ਕਿ ਪਾਪਾ ਸਾਨੂੰ ਆ ਕੇ ਮਿਲ ਜਾਓ। ਤੇ ਮੈਂ ਕਿਹਾ ਤੈਨੂੰ ਪਾਪਾ ਚੰਗਾ ਲੱਗਦਾ ਵੇ? ਤੇ ਕਹਿੰਦਾ ਆਹੋ। ਤੇ ਕਹਿੰਦੀ ਹੈ ਮੈਂ ਕਿਹਾ ਹਾਏ ਚੱਲ ਮੈਂ ਆਪਣੇ ਬੱਚੇ ਪਿੱਛੇ ਉਹਦੇ ਨਾਲ ਸੁਲ੍ਹਾ ਕਰ ਲੈਂਦੀ ਹਾਂ। ਤੇ ਫਿਰ ਤਾਂ ਯਾਨੀ ਕਿ ਨਾ ਇਹਦਾ ਮੋੜ ਬਣ ਗਿਆ ਤੇ ਤਾਰਕ ਜਮੀਲ ਸਾਹਿਬ ਦਾ ਤੇ ਇਹਨੇ ਸ਼ਾਇਦ ਨਾਂ ਹੀ ਲਾਇਆ, ਲੇਕਿਨ ਵਿੱਚੋਂ ਗੱਲ ਇਹ ਵੀ ਸੀ ਕਿ ਇਹਦਾ ਆਪਣਾ ਵੀ ਹੁਣ ਦਿਲ ਕਰਦਾ ਪਿਆ ਸੀ ਕਿ ਇਹਨੂੰ ਜ਼ਲੀਲ ਤੇ ਮੈਂ ਵਾਵਾ ਰੱਜ ਕੇ ਕਰ ਲਿੱਤਾ ਵੇ, ਲੋਕਾਂ ਅੱਗੇ ਨਚਰ ਕਰਤਾ ਤੇ ਚੱਲ ਹੁਣ ਮਾਫੀ ਤਲਾਫੀ ਕਰਕੇ ਮੈਂ ਫਿਰ ਉੱਥੇ ਚਲੀ ਜਾਵਾਂਗੀ, ਕਿਉਂਕਿ ਬਗੈਰਤ ਦੇ ਉੱਥੇ ਕਹਿੰਦੇ ਨੇ ਨਾ ਕਿ ਰੁਕ ਗਿਆ। ਤੇ ਉਹਨੇ ਕਿਹਾ ਕੋਈ ਨਹੀਂ ਛਾਵੇਂ ਬਾਂਗੇ। ਇਹ ਇਹੋ ਜਿਹੇ ਲੋਕ ਜੇ ਗੈਰਤਮੰਦ, ਇਹਨਾਂ ਦੀ ਗੈਰਤ ਦੇ ਨਾਲ ਤਾਲਕ ਹੀ ਕੋਈ ਨਹੀਂ ਹੈਗਾ। ਯਕੀਨ ਕਰੋ ਇਹ ਏਡੇ ਇੱਕ ਬਗੈਰਤ ਲੋਕ ਨੇ, ਇੱਕ ਦੂਜੇ ਦੇ ਨਾਲ ਕੁੱਤਿਆ ਕਰਕੇ ਫਿਰ ਇੱਕ ਦੂਜੇ ਦੇ ਨਾਲ ਸੁਲ੍ਹਾ ਦਾ ਪ੍ਰੋਗਰਾਮ ਬਣਾਉਂਦੇ ਨੇ। ਤੇ ਲੇਕਿਨ ਡਾਕਟਰ ਨਬੀਹਾ ਦੀ ਤੇ ਇਹ ਗੱਲ ਨੇ ਫਿਰ ਮੈਨੂੰ ਚੌਂਕਾ ਕੇ ਰੱਖ ਦਿੱਤਾ। ਇਹ ਲਓ ਤੁਸੀਂ ਵੀ ਸੁਣ ਲਓ। मैं सिर्फ एक बात यहाँ पे बताना चाहती हूँ कि मसला कुछ भी नहीं है। ਲਓ ਜੀ ਤੁਹਾਨੂੰ ਹੁਣ ਠੰਡ ਪੈ ਗਈ ਹੋਣੀ ਇਹਨਾਂ ਦੇ ਮੂੰਹ ਸੁਣ ਕੇ ਕਿ ਉਹਨੇ ਕਿਹਾ ਜੀ ਮਸਲਾ ਹੀ ਕੋਈ ਨਹੀਂ ਹੈਗਾ, ਯਾਨੀ ਕਿ ਸਾਡੀ ਤੇ ਕਰਤੂਤ ਤੇ ਸਾਡੇ ਤੇ ਕੀੜਾ ਹੀ ਨੇ ਸਾਨੂੰ ਟਿਕਣ ਦਿੰਦਾ ਤੇ ਜਿਹੜਾ ਅਸੀਂ ਲੋਕਾਂ ਨੂੰ ਵੀ ਨਹੀਂ ਟਿਕਣ ਦੇਣਾ। ਅਸੀਂ ਤੇ ਜਦੋਂ ਦਾ ਵਿਆਹ ਹੋਇਆ ਅਸੀਂ ਲੋਕਾਂ ਨੂੰ ਇੰਨਾ ਕੁ ਬੇਵਕੂਫ ਬਣਾਉਂਦੇ ਹਾਂ ਤੇ ਲੋਕੀ ਬਣਦੇ ਜਾਂਦੇ ਨੇ। ਉਹ ਫਿਰ ਸਾਨੂੰ ਵਿਊਜ਼ ਦਿੰਦੇ ਨੇ, ਫਿਰ ਸਾਡੀਆਂ ਵੀਡੀਓ ਜਿਹੜੀਆਂ ਨੇ ਇੰਨੀਆਂ ਕੁ ਹਾਈਡ ਕਰ ਦਿੰਦੇ ਨੇ ਕਿ ਜਿਹੜਾ ਸਾਨੂੰ ਫੇਮ ਮਿਲਦਾ ਜਾਂਦਾ। ਅਸੀਂ ਲੋਕਾਂ ਨੂੰ ਬੜਾ ਬੇਵਕੂਫ ਬਣਾਉਂਦੇ ਹਾਂ ਤੇ ਲਿਹਾਜ਼ਾ ਉਹ ਬਣ ਵੀ ਜਾਂਦੇ ਨੇ। ਬੜੀ ਗੱਲ ਹੈ ਜੀ। ਲੇਕਿਨ ਡਾਕਟਰ ਨਬੀਹਾ ਦੀ ਇੱਕ ਗੱਲ ਤੇ ਮੈਨੂੰ ਅੱਛੀ ਲੱਗੀ। ਉਹਨੇ ਕਿਹਾ ਜੀ ਅਸੀਂ ਜੋ ਮਰਜ਼ੀ ਕਰੀਏ, ਲੜ ਕੇ ਅਸੀਂ ਮਰ ਜਾਈਏ, ਤੁਸੀਂ ਕੌਣ ਹੁੰਦੇ ਜੇ ਸਾਡੇ ਗੱਲ 'ਚ ਬੋਲਣ ਵਾਲੇ? वो जरा सी बात होती है और सोशल मीडिया पे इसका तमाशा बना दिया जाता है। ਇਹ ਹੁਣ ਸੁਣ ਲਿਆ ਤੁਸੀਂ ਕਿ ਉਹਨੇ ਕਿਹਾ ਜੀ ਮੇਰੀ ਤੇ ਜ਼ਰਾ ਜੀ ਗੱਲ ਹੁੰਦੀ ਹੈ ਤੇ ਤੁਸੀਂ ਫੜ ਕੇ ਤਮਾਸ਼ਾ ਹੀ ਬਣਾ ਲੈਂਦੇ ਜੇ।
ਲਿਖੋ ਜੀ, ਅਸੀਂ ਇਹਨਾਂ ਦੇ ਘਰਾਂ 'ਚ ਜਾਂਦੇ ਹਾਂ, ਫਿਰ ਅਸੀਂ ਇਹਨਾਂ ਦੀਆਂ ਜਿਹੜੀਆਂ ਨੇ ਨਾ ਉਹ ਜਿਹੜੇ ਐਂਕਰ ਨੇ ਇਹਨਾਂ ਦੇ ਉੱਥੇ ਜਾ ਕੇ ਤੇ ਇਹਨਾਂ ਦੇ ਇੰਟਰਵਿਊ ਲੈਂਦੇ ਨੇ। ਇਹਨਾਂ ਦੇ ਘਰ ਕੰਨਾਂ 'ਤੇ ਯਾਨੀ ਕਿ ਨਾ ਦੀਵਾਰਾਂ ਨਾਲ ਕੰਨ ਲਾ ਕੇ ਬੈਠੇ ਰਹਿੰਦੇ ਨੇ, ਸੁਣਦੇ ਰਹਿੰਦੇ ਨੇ ਇਹਦੇ ਅੰਦਰ ਕੀ ਹੁੰਦਾ ਵੇ, ਇਹ ਨਹੀਂ ਬਾਹਰ ਆ ਕੇ ਦੱਸਦੇ। ਲੋਕੀ ਇੰਟਰਸਟ ਲੈਂਦੇ ਨੇ, ਮੀਡੀਆ ਵਾਲੇ ਫਟਾਫਟ ਹੀ ਇਹਨਾਂ ਦੀ ਗੱਲ ਨੂੰ ਚੁੱਕ ਲੈਂਦੇ ਨੇ। ਦੇਖੋ, ਘਰ ਦੀ ਗੱਲ ਉਦੋਂ ਹੀ ਘਰੋਂ ਬਾਹਰ ਨਿਕਲਦੀ ਹੈ ਜਦੋਂ ਘਰੋਂ ਬਾਹਰ ਕੀਤੀ ਜਾਵੇ, ਅਤੇ ਜਦੋਂ ਘਰ 'ਚ ਗੱਲ ਰੱਖੀ ਜਾਵੇ ਨਾ, ਤੇ ਘਰ ਵਾਲੇ ਹੀ ਘਰੋਂ ਬਾਹਰ ਗੱਲ ਕੱਢਦੇ ਨੇ। ਕੋਈ ਬਾਹਰ ਵਾਲਾ ਆ ਕੇ ਤੁਹਾਡੇ ਘਰ ਦੀ ਗੱਲ ਨਹੀਂ ਸੁਣਦਾ। ਅਤੇ ਲਿਹਾਜ਼ਾ ਅਕਲ ਆਪ ਨੂੰ ਨਾ ਹੋਵੇ ਤੇ ਕਿਸੇ 'ਤੇ ਇਲਜ਼ਾਮ ਨਹੀਂ ਦੇਈਦਾ ਹੁੰਦਾ। ਅਤੇ ਡਾਕਟਰ ਨਬੀਹਾ ਅਤੇ ਹਾਰਿਸ ਦੀ ਜਿਹੜੀ ਸ਼ਾਦੀ ਹੈ ਉਹ ਤਾਂ ਇੱਕ ਤਮਾਸ਼ਾ ਹੀ ਬਣ ਕੇ ਰਹਿ ਗਈ ਹੈ। ਪਾਕਿਸਤਾਨ 'ਚ ਤਾਂ ਯਕੀਨ ਕਰੋ, ਇਹਨਾਂ ਲੋਕਾਂ ਨੇ ਇੰਨਾ ਕੁ ਗੰਦ ਪਾਤਾ ਹੈ, ਇਹਨਾਂ ਲੋਕਾਂ ਨੇ ਇੰਨੀਆਂ ਫਜ਼ੂਲ ਲੋਕਾਂ ਨੂੰ ਆਪਣੇ ਯਾਰੇ ਲਾਇਆ ਹੈ। ਇਹਨਾਂ ਨੇ ਨਾ ਲੋਕਾਂ ਨੂੰ ਮਹਿੰਗਾਈ ਦੀ ਸਮਝ ਬੂਝ ਰਹਿਣ ਦਿੱਤੀ ਹੈ, ਨਾ ਉਹਨਾਂ ਨੂੰ ਬਿੱਲਾਂ ਦੀ ਫਿਕਰ ਹੁੰਦੀ ਹੈ। ਉਹਨਾਂ ਨੂੰ ਸਿਰਫ ਇਹ ਹੁੰਦਾ ਹੈ ਕਿ ਦੇਖੋ ਇਹਨਾਂ ਦੀ ਲੜਾਈ ਦਾ ਅਗਲਾ ਸੀਨ ਕਿਹੜਾ, ਅਗਲੀ ਵੀਡੀਓ ਇਹਨਾਂ ਦੀ ਕਿਹੜੀ ਆਉਂਦੀ ਹੈ। ਇਹ ਵੇਖ ਲੈਂਦੇ ਨੇ 4 ਮਹੀਨੇ ਹੋ ਗਏ ਨੇ ਜਾਂ 2 ਮਹੀਨੇ ਹੋ ਗਏ ਨੇ, ਕੋਈ ਲੋਕਾਂ ਨੇ ਸਾਡੇ ਬਾਰੇ ਗੱਲ ਨਹੀਂ ਕੀਤੀ, ਅਤੇ ਕੋਈ ਉਹ ਚੱਕੀ ਗੱਲ ਕੱਢੀ ਹੈ ਜਿਹਦੇ ਨਾਲ ਲੋਕ ਸਾਡੇ ਵੱਲ ਧਿਆਨ ਕਰਨ ਅਤੇ ਲੋਕ ਸਾਨੂੰ ਵਿਊਜ਼ ਦੇਣ। ਉਹ ਲਾਨਤ ਇਹੋ ਜਿਹੇ ਵਿਊਜ਼ਾਂ ਦੇ ਉੱਤੇ, ਲਾਨਤ ਇਹੋ ਜਿਹੀਆਂ ਇੱਜ਼ਤਾਂ ਦੇ ਉੱਤੇ, ਲਾਨਤ ਇਹੋ ਜਿਹੀਆਂ ਜਿਹੜੀਆਂ ਫੇਮਾਂ ਦੇ ਉੱਤੇ ਜਿਹੜੇ ਲੋਕ ਹਾਸਲ ਕਰਦੇ ਨੇ। ਇਹਨਾਂ ਦੇ ਵਿੱਚ ਅਗਰ ਗੈਰਤ ਨਾਂ ਦੀ ਚੀਜ਼ ਨਹੀਂ ਨਾ ਹੈਗੀ, ਅਤੇ ਇਹ ਬੇਗੈਰਤਾਂ ਵਰਗੇ ਉਹੋ ਹੀ ਲੋਕ ਨੇ ਜਿਹੜੇ ਇਹਨਾਂ ਨੂੰ ਵੇਖਦੇ ਨੇ। ਅਸੀਂ ਤਾਂ ਇਹਨਾਂ ਨੂੰ ਸਿਰਫ ਰੋਸਟ ਕਰਨ ਵਾਸਤੇ ਇਹਨਾਂ ਦੀਆਂ ਵੀਡੀਓ ਪੜ੍ਹੀਆਂ ਸਨ ਕਿ ਸ਼ਾਇਦ ਲੋਕਾਂ ਨੂੰ ਸਾਡੀ ਵੀਡੀਓ 'ਤੇ ਵੇਖ ਕੇ ਅਤੇ ਇਹਨਾਂ ਦੀਆਂ ਜਿਹੜੀਆਂ ਨੇ ਨਾ ਚੈਨਲਾਂ ਨੂੰ ਜਿਹੜਾ ਨਾ ਅਨਸਬਸਕ੍ਰਾਈਬ ਕਰਨ, ਅਨਫਾਲੋ ਕਰਨ, ਤਾਂ ਕਿ ਇਹਨਾਂ ਨੂੰ ਫੇਮ ਨਾ ਮਿਲੇ, ਤਾਂ ਕਿ ਇਹਨਾਂ ਦੇ ਘਰ ਵਾਲੇ ਇਹਨਾਂ ਤੋਂ ਅੱਕ ਗਏ ਨੇ, ਇਹਨਾਂ ਦੀਆਂ ਹਰਕਤਾਂ ਦੇ ਉੱਤੋਂ ਅੱਕ ਗਏ ਨੇ। ਇਹ ਕਹਿੰਦੀ ਹੈ ਜੀ ਹੁਣ ਮੈਂ ਸੁਲ੍ਹਾ ਵਾਲੇ ਪਾਸੇ ਹੋਈਆਂ, ਲੇਕਿਨ ਜਿਹੜਾ ਹੁਣ ਹਾਰਿਸ ਖੋਖਰ ਹੈ ਉਹਦਾ भी बयान सुन लो तुसी। सारे मीडिया पर ये बात फैलाई जा रही है कि हारिस खोखर और डॉक्टर नबीहा की सुलह हो गई है। इस बात में कोई सदाकत नहीं है क्यों। लो जी, हारिस खोखर ਦੀ ਥੋੜ੍ਹੀ ਜਿਹੀ ਗੈਰਤ ਜਾਗੀ ਹੈ ਤੇ ਉਹਨੇ ਕਿਹਾ ਜੀ ਇਹ ਸੁਲ੍ਹਾ ਦਾ ਮਾਮਲਾ ਨਹੀਂ ਹੋ ਸਕਦਾ, ਕਿਉਂਕਿ ਇਹ ਸਾਰੀਆਂ ਗੱਲਾਂ ਨੇ ਮੀਡੀਆ 'ਤੇ ਫੈਲਾਈਆਂ ਜਾਂਦੀਆਂ ਨੇ ਅਤੇ ਸਾਡਾ ਸੁਲ੍ਹਾ ਵਾਲੇ ਪਾਸੇ ਹਾਲੇ ਕੋਈ ਧਿਆਨ ਨਹੀਂ ਗਿਆ। ਲੇਕਿਨ ਅਗਰ ਇਹਦੇ ਵਿੱਚ ਥੋੜ੍ਹੀ ਗੈਰਤ ਹੋਵੇਗੀ ਨਾ, ਤਾਂ ਵਾਕਈ ਇਹੋ ਜਿਹੀ ਬੁੱਢੀ ਨੂੰ ਆਪਣੇ ਘਰ ਨਹੀਂ ਰੱਖੇਗਾ। ਜਿਹਨੇ ਬਾਹਰ ਜਾ ਕੇ ਇਹਦੀ ਇੱਟ ਨਾਲ ਇੱਟ ਵਜਾਈ, ਇਹਦੀ ਗੈਰਤ ਨੂੰ ਲਲਕਾਰਿਆ, ਇਹਨੂੰ ਨਾ ਮਰਦ ਕਰਾਰ ਦਿੱਤਾ ਗਿਆ ਕਿ ਇਹ ਨਹੀਂ ਸੀ ਚਾਹੁੰਦਾ ਕਿ ਮੈਂ ਬੱਚਾ ਲਵਾਂ, ਮੈਂ ਬੱਚਾ ਪੈਦਾ ਕਰਨਾ ਚਾਹੁੰਦੀ ਸਾਂ, ਲਿਹਾਜ਼ਾ ਇਹਦੇ ਵਿੱਚ ਕੋਈ ਐਸੀਆਂ ਗੱਲਾਂ ਨਹੀਂ ਸਨ ਹੈਗੀਆਂ। ਅਤੇ ਇਹਦੀ ਗੱਲਾਂ ਮੂੰਹ 'ਚੋਂ ਕੱਢ ਦੇਣੀਆਂ, ਇਹ ਮੂੰਹ ਹੈ ਕਿ ਕੀ ਹੈ। ਕਹਿੰਦੇ ਨੇ ਨਾ ਕਿ ਮੂੰਹ 'ਚੋਂ ਨਿਕਲੀ ਗੱਲ ਅਤੇ ਤੀਰ 'ਚੋਂ ਕਮਾਨ 'ਚੋਂ ਨਿਕਲਿਆ ਤੀਰ ਵਾਪਸ ਨਹੀਂ ਆਉਂਦਾ। ਅਤੇ ਇਸੇ ਤਰ੍ਹਾਂ ਉਹ ਵੀਡੀਓ ਜਿਹੜੀਆਂ ਨੇ ਹੁਣ ਲੱਗ ਗਈਆਂ ਨੇ, ਹਰ ਕੰਨ ਨੇ ਸੁਣ ਲਿੱਤੀਆਂ ਨੇ, ਹਰ ਘਰ 'ਚ ਪਹੁੰਚ ਚੁੱਕੀਆਂ ਨੇ, ਕਿਵੇਂ ਇਕੱਠੀਆਂ ਕਰਨਗੇ। ਅਤੇ ਕਹਿੰਦੇ ਨੇ ਨਾ ਡੁੱਲੇ ਹੋਏ ਬੇਰਾਂ ਦਾ ਕੁਛ ਨਹੀਂ ਜਾਂਦਾ, ਲੇਕਿਨ ਉਹ ਡੁੱਲੇ ਹੋਏ ਬੇਰ ਤੇ ਲਾਗੇ ਲਾ ਕੇ ਡਿੱਗਣਗੇ ਤੇ ਬੰਦਾ ਇਕੱਠੇ ਕਰ ਲੈਂਦਾ ਵੇ। ਆ ਜਿਹੜੇ ਪੂਰੀ ਦੁਨੀਆ 'ਚ ਹੁਣ ਤੇ ਡਿੱਗ ਪਏ ਨੇ, ਇਹ ਕਿੱਥੋਂ ਇਕੱਠੇ ਹੋਣਗੇ। ਗੈਰਤ ਦਾ ਤੇ ਇਹਨਾਂ ਦੇ ਨਾਲ ਲੱਗਦਾ ਦੂਰ ਦੂਰ ਤੱਕ ਕੋਈ ਤਾਲੁਕ ਹੀ ਨਹੀਂ ਹੈਗਾ। ਇਹਨਾਂ ਦੇ ਤੇ ਆਪਣੇ ਘਰ ਵਾਲੇ ਹੁਣ ਤੰਗ ਪੈ ਗਏ ਨੇ। ਇਹਦੇ ਭਰਾ ਨੇ ਇਹਦੇ ਬਾਰੇ 'ਚ ਕੀ ਬਿਆਨ ਦਿੱਤਾ, ਮੈਂ ਤੁਹਾਨੂੰ ਉਹ ਵੀ ਸੁਣਾ ਦਿੰਦੀ ਹਾਂ। ना मैं हूँ ना मेरा एक और भाई या वो है, ठीक है। हम लोग बड़ी इज्जत से ज़िंदगी गुजार रहे हैं, हम लोग लोगों के साथ बड़े अच्छे से चलते हैं, हमारे बड़े अच्छे ताल्लुकात हैं, लेकिन इन दोनों की इन गलतियों की वजह से हम किसी चीज़ के ज़िम्मेदार नहीं हैं। ਇਹ ਡਾਕਟਰ ਨਬੀਹਾ ਦਾ ਭਰਾ ਹੈ ਅਤੇ ਉਹਨੇ ਵੀ ਦੇਖੋ ਹੱਥ ਜੋੜ ਕੇ ਮਾफ़ੀ ਮੰਗ ਲਿੱਤੀ ਹੈ ਕਿ ਵੀ ਸਾਡਾ ਇਹਨਾਂ ਨਾਲ ਕੋਈ ਤਾਲੁਕ ਨਹੀਂ ਹੈਗਾ, ਕੋਈ ਵਾਸਤਾ ਨਹੀਂ ਹੈਗਾ। ਇਹਨਾਂ ਦਾ ਤਾਂ ਰੋਜ਼ ਦਾ ਕੰਮ ਬਣ ਗਿਆ ਹੈ, ਕਦੀ ਆਪਣੇ ਆਪ ਨੂੰ ਇੱਕ ਦੂਜੇ ਤੋਂ ਅਲੱਗਾ ਕਰ ਲੈਂਦੇ ਨੇ, ਕਦੀ ਫਿਰ ਇੱਕ ਹੋ ਜਾਂਦੇ ਨੇ। ਇਹ ਦੂਸਰੀ ਤੀਸਰੀ ਵਾਰ ਇਹਨਾਂ ਦਾ ਮਾਮਲਾ ਹੋ ਚੁੱਕਿਆ ਹੈ ਅਤੇ ਘਰ ਵਾਲੇ ਵੀ ਕਿਦੋਂ ਤੱਕ ਇਹਨਾਂ ਦੇ ਪਿੱਛੇ ਸਟੈਂਡ ਲੈਣ। ਜ਼ਾਹਿਰ ਬਾਤ ਹੈ ਉਹਨਾਂ ਦੀ ਵੀ 4 ਲੋਕਾਂ 'ਚ ਇੱਜ਼ਤ ਹੈ, ਉਹ ਵੀ ਆਪਣੇ ਆਪ ਨੂੰ ਇਹਨਾਂ ਦੇ ਨਾਮ ਦੇ ਨਾਲ ਜੋੜ ਕੇ ਅਤੇ ਸ਼ਰਮਿੰਦਾ ਹੀ ਹੁੰਦੇ ਨੇ ਕਿ ਅਸੀਂ ਇਹਨਾਂ ਦਾ ਕੀ ਦੱਸੀਏ ਕਿ ਸਾਡੇ ਕੀ ਰਿਸ਼ਤੇਦਾਰ ਲੱਗਦੇ ਨੇ। ਅਤੇ ਲਿਹਾਜ਼ਾ ਭਰਾ ਨੇ ਆ ਕੇ ਦੇਖੋ ਮੀਡੀਆ ਦੇ ਉੱਤੇ ਹੱਥ ਜੋੜ ਦਿੱਤੇ ਅਤੇ ਉਹਨੇ ਕਿਹਾ ਵੀ ਸਾਡਾ ਇਹਨਾਂ ਦੋਵਾਂ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ, ਅਸੀਂ ਆਪਣੀ ਹੱਸੀ ਖੁਸ਼ੀ ਜ਼ਿੰਦਗੀ ਗੁਜ਼ਾਰ ਰਹੇ ਹਾਂ ਅਤੇ ਅਸੀਂ ਇੱਜ਼ਤਦਾਰ ਲੋਕ ਹਾਂ ਅਤੇ ਅਸੀਂ ਲਿਹਾਜ਼ਾ ਇਹਨਾਂ ਦੇ ਨਾਲ ਕੋਈ ਵਾਸਤਾ ਨਹੀਂ ਰੱਖਦੇ। ਹਾਲੇ ਇੱਥੇ ਤੱਕ ਨਹੀਂ ਗੱਲ ਮੁੱਕੀ, ਹਾਲੇ ਹੋਰ ਇਹਦੇ ਭਰਾ ਦੀਆਂ ਗੱਲਾਂ ਸੁਣੋ। ये लोगों को ये शर्म नहीं आ रही कि हम ख़ानदानों को कैसे जलील कर रहे हैं। तो बस इन दोनों से रिक्वेस्ट है कि ये आगे हाथ जोड़े, आप लोग हमारे से दूर रहें, ठीक है।
ਡਾਕਟਰ ਨਬੀਹਾ ਦੇ ਭਰਾ ਨੇ ਦੇਖੋ ਹੱਥ ਜੋੜ ਕੇ ਕਹਿਤਾ ਕਿ ਤੁਸੀਂ ਸਾਡੇ ਤੋਂ ਦੂਰ ਰਹੋ, ਅਸੀਂ ਤੁਹਾਡੇ ਨਾਲ ਕੋਈ ਮਾਮਲਾ ਨਹੀਂ ਰੱਖਣਾ ਚਾਹੁੰਦੇ, ਕੋਈ ਖਾਨਦਾਨੀ ਤਾਲੁਕ ਨਹੀਂ ਰੱਖਣਾ ਚਾਹੁੰਦੇ। ਤੁਸੀਂ ਇੱਕ ਦੂਜੇ ਨੂੰ ਇੰਨਾ ਕੁ ਜ਼ਲੀਲ ਕੀਤਾ ਹੈ ਕਿ ਐਂਡ ਹੀ ਕਰ ਦਿੱਤਾ ਹੈ। ਅਤੇ ਅੱਲਾ ਇਹਨਾਂ ਨੂੰ ਹਦਾਇਤ ਦੇਵੇ ਅਤੇ ਇਹਨਾਂ ਦੇ ਜੋੜਾ ਜਿਹੜਾ ਵੇ ਨਾ ਹੋਣ 'ਤੇ ਲੱਗਦਾ ਹੈ ਇਹ ਉਹ ਜੋੜਾ ਹੈ ਜਿਹੜਾ ਜ਼ਮੀਨ 'ਤੇ ਬਣਿਆ, ਅਸਮਾਨ 'ਤੇ ਨਹੀਂ ਸੀ ਬਣਿਆ, ਕਿਉਂਕਿ ਅਸਮਾਨੀ ਜੋੜੇ ਜਿਹੜੇ ਹੁੰਦੇ ਨੇ ਨਾ ਉਹਨਾਂ 'ਚ ਬਰਦਾਸ਼ਤ ਹੁੰਦੀ ਹੈ। ਇਹ ਡਾਕਟਰ ਨਬੀਹਾ ਜਿਹੜੀ ਸੀ ਲੋਕਾਂ ਨੂੰ ਸਾਈਕੋਲੋਜੀ ਦੀ ਕਹਿੰਦੀ ਸੀ ਜੀ ਮੈਂ ਡਾਕਟਰ ਹੈਗੀ ਹਾਂ ਅਤੇ ਮੈਂ ਨਫਸੀਆਤ ਸਮਝ ਲੈਂਦੀ ਹਾਂ ਅਤੇ ਮੈਂ ਲੋਕਾਂ ਨੂੰ ਸਮਝ ਕੇ ਦੱਸ ਦਿੰਦੀ ਹਾਂ ਕਿ ਉਹਨਾਂ ਨੂੰ ਆਪਣੇ ਘਰ 'ਚ ਕਿਸ ਤਰ੍ਹਾਂ ਆਪਣੇ ਘਰ ਵਸਾਉਣੇ ਚਾਹੀਦੇ ਨੇ, ਕਿਸ ਤਰ੍ਹਾਂ ਖੁਸ਼ ਰਹਿਣਾ ਚਾਹੀਦਾ ਹੈ। ਮਰਦ ਆਵੇ ਅਤੇ ਔਰਤ ਨੂੰ ਖੁਸ਼ਬੂ ਲਗਾਉਣੀ ਚਾਹੀਦੀ ਹੈ, ਤਿਆਰ ਹੋਣਾ ਚਾਹੀਦਾ ਹੈ। ਇਹ ਤਾਂ ਹਰ ਟਾਈਮ ਤਿਆਰ ਰਹਿੰਦੀ ਸੀ ਅਤੇ ਫਿਰ ਇਹਦੇ ਨਾਲ ਕਿਉਂ ਇਹ ਮਾਮਲੇ ਹੋਏ। ਇਹ ਸ਼ੱਕੀ ਔਰਤ ਸੀ, ਸ਼ੱਕ ਕਰਦੀ ਸੀ। ਇਹਦੇ ਮੀਆਂ ਨੇ ਦੱਸਿਆ, ਹਾਰਿਸ ਖੋਖਰ ਨੇ ਦੱਸਿਆ ਕਿ ਜੀ ਇਹ ਪਹਿਲੇ ਆਪਣੇ ਸ਼ੋਹਰ 'ਤੇ ਵੀ ਸ਼ੱਕ ਕਰਦੀ ਸੀ ਅਤੇ ਇਹ ਹੁਣ ਵੀ ਮੇਰੇ 'ਤੇ ਸ਼ੱਕ ਹੀ ਕਰਦੀ ਏ। ਅਤੇ ਅੱਲਾ ਇਹਨੂੰ ਹਦਾਇਤ ਦੇਵੇ, ਕਿਉਂਕਿ ਸ਼ੱਕ ਜਿਹੜਾ ਨਾ ਉਹ ਦੋ ਰਿਸ਼ਤਿਆਂ ਨੂੰ ਤੋੜ ਦਿੰਦਾ ਅਤੇ ਉਹ ਸ਼ੈਤਾਨ ਹੁੰਦਾ ਜਿਹੜਾ ਵਿੱਚ ਵੜ ਜਾਂਦਾ। ਜਦੋਂ ਸ਼ੈਤਾਨ ਸ਼ੱਕ ਪਾਉਂਦਾ ਨਾ ਅਤੇ ਉਦੋਂ ਹੀ ਰਿਸ਼ਤਾ ਖਰਾਬ ਹੁੰਦਾ। ਦੋ ਮੀਆਂ ਬੀਵੀ ਆਪਸ 'ਚ ਜਦੋਂ ਰਹਿਣ ਨਾ ਅਤੇ ਬੜੇ ਬੜੇ ਮਾਮਲੇ ਹੋ ਜਾਂਦੇ ਨੇ। ਕਈ ਸਾਲ ਜ਼ਿੰਦਗੀਆਂ ਦੇ ਲੰਘ ਜਾਂਦੇ ਨੇ ਅਤੇ ਇਹ ਤਾਂ ਨਹੀਂ ਹੁੰਦਾ ਕਿ ਉਹਨਾਂ ਦੀ ਜ਼ਿੰਦਗੀ 'ਚ ਕੋਈ ਐਸਾ ਮਾਮਲਾ ਨਹੀਂ ਸੀ ਆਇਆ। ਬੜੇ ਔਰਤਾਂ ਹਾਲਾਤ ਨੂੰ ਫੇਸ ਕਰਦੀਆਂ ਨੇ, ਬੜਾ ਕੁਛ ਲੈ ਕੇ ਚੱਲਦੀਆਂ ਨੇ, ਬੜੇ ਵੱਡੇ ਦਿਲ ਕਰਨੇ ਪੈਂਦੇ ਨੇ। ਜਦੋਂ ਮਾਮਲੇ ਹੁਣ ਅਸੀਂ ਲੋਕ ਨਹੀਂ ਮੀਡੀਆ 'ਤੇ ਆਉਂਦੇ, ਨਹੀਂ ਆਪਣੇ ਘਰ ਦੀਆਂ ਗੱਲਾਂ ਦੱਸਦੇ, ਨਹੀਂ ਆਪਣੇ ਕੋਈ ਲੜਾਈਆਂ ਦੱਸਦੇ ਅਤੇ ਕੀ ਸਾਡੇ ਘਰਾਂ ਦੇ ਵਿੱਚ ਕਦੀ ਲੜਾਈ ਨਹੀਂ ਹੋਈ ਹੋਵੇਗੀ। ਹਰ ਘਰ 'ਚ ਹੁੰਦੀ ਹੈ ਅਤੇ ਜਿੱਥੇ ਦੋ ਮੀਆਂ ਬੀਵੀ ਹੋਣ ਉੱਥੇ ਤਾਂ ਲਾਜ਼ਮੀ ਹੋ ਹੀ ਜਾਂਦੀ ਹੈ, ਲੇਕਿਨ ਬਰਦਾਸ਼ਤ ਔਰਤ ਨੂੰ ਵੀ ਕਰਨੀ ਪੈਂਦੀ ਹੈ ਅਤੇ ਬਰਦਾਸ਼ਤ ਮਰਦ ਨੂੰ ਵੀ ਕਰਨੀ ਪੈਂਦੀ ਹੈ, ਕਿਉਂਕਿ ਤੁਸੀਂ ਦੋਵੇਂ ਫਿਰ ਆਪਣੀ ਜ਼ਿੰਦਗੀ ਨਹੀਂ ਜੀਂਦੇ, ਆਪਣੇ ਬੱਚਿਆਂ ਦੀ ਜ਼ਿੰਦਗੀ ਜੀਣੀ ਪੈਂਦੀ ਹੈ। ਬਾਜ਼ ਦਫਾ ਯਕੀਨ ਕਰੋ ਬੱਚਿਆਂ ਦੇ ਮੂੰਹ ਮਾਰ ਜਾਂਦੇ ਨੇ ਕਿ ਇਹਨਾਂ ਨੂੰ ਛੱਡ ਕੇ ਕਿੱਥੇ ਜਾਈਏ। ਅਤੇ ਅੱਲਾਹ ਤਾਲਾ ਇਹਨਾਂ ਨੂੰ ਹਦਾਇਤ ਦੇਵੇ। ਹਰ ਉਹ ਇੱਜ਼ਤਦਾਰ ਔਰਤ ਜਿਹੜੀ ਹੋਵੇਗੀ ਨਾ ਉਹ ਆਪਣੇ ਘਰ ਨੂੰ ਵਸਾਉਣ ਦੀ ਬਹੁਤ ਹੱਦ ਤੱਕ ਕੋਸ਼ਿਸ਼ ਕਰੇਗੀ ਔਰ ਇਸ ਤਰ੍ਹਾਂ ਆਪਣਾ ਤਮਾਸ਼ਾ ਨਹੀਂ ਬਣਾਏਗੀ ਅਤੇ ਨਾ ਆਪਣੇ ਸ਼ੋਹਰ ਦਾ ਤਮਾਸ਼ਾ ਬਣਾਏਗੀ ਅਤੇ ਨਾ ਆਪਣੇ ਸਸੁਰਾਲ ਵਾਲਿਆਂ ਦਾ ਤਮਾਸ਼ਾ ਬਣਾਏਗੀ। ਜਦੋਂ ਇਹਦਾ ਪਲਾਨ ਹੋਵੇ ਨਾ ਲੜਾਈ ਦਾ ਇਨਸਾਨ ਦਾ, ਉਹ ਫਿਰ ਮਿੰਟ ਦੀਆਂ ਜਿਹੜੀਆਂ ਨਾ ਵੀਡੀਓ ਵੀ ਬਣਾਉਂਦਾ ਵੇ, ਫਿਰ ਵਾਇਸ ਰਿਕਾਰਡਿੰਗਾਂ ਵੀ ਕਰਦਾ ਹੈ ਕਿ ਮੈਂ ਵਾਇਸ ਰਿਕਾਰਡਿੰਗ ਕੀਤੀ ਸੀ, ਇਹ ਵੇਖੋ ਮੈਨੂੰ ਗਾਲਾਂ ਕੱਢਣ ਦੇ ਆਵੇ, ਇਹ ਵੇਖੋ ਮੈਨੂੰ ਮਾਰਨ ਦੇ ਆਵੇ, ਇਹ ਵੇਖੋ। ਕਈ ਗੱਲਾਂ ਬਰਦਾਸ਼ਤ ਕਰਨੀਆਂ ਪੈਂਦੀਆਂ ਨੇ, ਦਰਗੁਜ਼ਰ ਕਰਨਾ ਪੈਂਦਾ। ਔਰ ਅਗਰ ਮਾਮਲਾ ਇੱਥੋਂ ਤੱਕ ਪਹੁੰਚ ਹੀ ਗਿਆ ਸੀ ਕਿ ਇਹਨਾਂ ਦੀਆਂ ਬਰਦਾਸ਼ਤਾਂ ਹੀ ਖਤਮ ਹੋ ਗਈਆਂ ਸਨ ਅਤੇ ਆਰਾਮ ਦੇ ਨਾਲ ਖੁੱਲ੍ਹਾ ਲੈ ਕੇ ਸਾਈਡ 'ਤੇ ਬੈਠ ਜਾਂਦੀ, ਆਪਣਾ ਤਲਾਕ ਹੋ ਜਾਂਦੀ ਅਤੇ ਆਪਣੀ ਇੱਜ਼ਤ ਪੂਰੀ ਕਰਕੇ ਅਤੇ ਅਗਰ ਕਿਤੇ ਹੋਰ ਸ਼ਾਦੀ ਕਰਨਾ ਚਾਹੁੰਦੀ ਸੀ ਅਤੇ ਕਰ ਲੈਂਦੀ। ਲੇਕਿਨ ਏਡੀ ਜ਼ਲਾਲਤ ਆਪਣੀ ਜ਼ਾਤ ਨੂੰ ਦੇਣੀ ਜਾਂ ਅਗਲੇ ਦੀ ਜ਼ਾਤ ਨੂੰ ਤਜ਼ਲੀਲ ਕਰਨਾ। ਇੱਕ ਗੱਲ ਯਾਦ ਰੱਖਣਾ, ਜੇ ਅਗਰ ਤੁਸੀਂ ਕਿਸੇ ਨੂੰ ਜ਼ਲੀਲ ਕਰਦੇ ਜੇ ਨਾ ਅਤੇ ਆਪ ਵੀ ਤੁਹਾਡੇ ਨਾਲ ਘੱਟ ਨਹੀਂ ਹੁੰਦੀ। ਇਸ ਟਾਈਮ ਤੁਸੀਂ ਦੋਵੇਂ ਜ਼ਲੀਲ ਖੁਆਰ ਹੋਏ ਜੇ। ਅੱਲਾਹ ਤਾਲਾ ਤੁਹਾਨੂੰ ਹਦਾਇਤ ਦੇਵੇ। ਕਹਿੰਦੇ ਨੇ ਨਾ ਕਿ ਦੁੱਧ ਰਿੜਕੀਆਂ ਅਤੇ ਮੱਖਣ ਆਉਂਦਾ ਵੇ ਅਤੇ ਪਾਣੀ ਰਿੜਕੀਆਂ ਸਿਰਫ ਝੱਗ ਹੀ ਆਉਂਦੀ ਹੈ। ਅਤੇ ਤੁਹਾਡੀਆਂ ਸਾਰੀਆਂ ਵੀਡੀਓ ਲੋਕਾਂ ਨੇ ਵੇਖੀਆਂ, ਸਿਰਫ ਤਮਾਸ਼ਾ ਤੁਹਾਡਾ ਵੇਖਿਆ, ਲਿਹਾਜ਼ਾ ਇਹਦੇ 'ਚੋਂ ਕੋਈ ਲੋਕਾਂ ਨੂੰ ਐਸਾ ਰਿਜ਼ਲਟ ਨਹੀਂ ਨਜ਼ਰ ਆਇਆ। ਕਿੰਨੇ ਤੁਹਾਨੂੰ ਆ ਕੇ ਤੁਹਾਡਾ ਘਰ ਬਚਾਉਣ 'ਚ ਤੁਹਾਡੀ ਮਦਦ ਕੀਤੀ ਹੈ? ਕਿਸੇ ਨੇ ਵੀ ਨਹੀਂ। ਆਪਣੀ ਅਕਲ ਦੇ ਨਾਲ ਘਰ ਨੂੰ ਲੈ ਕੇ ਚੱਲੀ ਜਾਵੇ, ਆਪਣੀ ਅਕਲਮੰਦੀ ਦੇ ਨਾਲ ਘਰ ਚਲਾਈਦੇ ਨੇ। ਅਕਲਮੰਦ ਔਰਤ ਦੀ ਨਿਸ਼ਾਨੀ ਹੀ ਇਹੀ ਹੈ ਕਿ ਉਹ ਆਪਣੇ ਘਰ ਨੂੰ ਆਪਣੀ ਅਕਲ ਦੇ ਨਾਲ ਲੈ ਕੇ ਚੱਲਦੀ ਹੈ। ਅਗਰ ਉਹ ਇੱਕ ਬਗੈਰਤ ਇਨਸਾਨ ਹੋ ਗਿਆ ਸੀ ਅਤੇ ਤੂੰ ਹੀ ਅਕਲ ਵਾਲੀ ਹੋ ਜਾਂਦੀ। ਇਸੇ ਕਰਕੇ ਤੇ ਕਹਿੰਦੇ ਨੇ ਕਿ ਪਿਆਰ ਅੰਨਾ ਹੁੰਦਾ ਵੇ। ਉਦੋਂ ਤੇ ਤੁਸੀਂ ਦੋਵੇਂ ਅੰਨੇ ਹੋ ਗਏ ਸੋ, ਹੁਣ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਨੇ ਅਤੇ ਲਿਹਾਜ਼ਾ ਜਦੋਂ ਖੁੱਲ੍ਹ ਹੀ ਗਈਆਂ ਨੇ ਅਤੇ ਉਦੋਂ ਇੱਕ ਦੂਸਰੇ ਦੇ ਐਬ ਵੇਖ ਕੇ ਬੰਦ ਕਰ ਲਵੋ, ਕਿਉਂਕਿ ਐਬ ਕਿਸੇ ਦੇ ਬਿਆਨ ਕਰਨਾ ਨਾ ਬਹੁਤ ਵੱਡਾ ਗੁਨਾਹ ਹੈ। ਅੱਲਾਹ ਤਾਲਾ ਤੁਹਾਨੂੰ ਹਦਾਇਤ ਦੇਵੇ। ਸਾਰਿਆਂ ਕੋਲ ਤੁਹਾਡੀਆਂ ਵੀਡੀਓ ਪਹੁੰਚੀਆਂ ਨੇ ਅਤੇ ਤੁਹਾਡੇ ਬਾਰੇ 'ਚ ਕੀ ਗੁਮਾਨ ਕਰਦੇ ਨੇ। ਲੋਕਾਂ ਨੂੰ ਹੋਰ ਵੀ ਕੰਮ ਬੜੇ ਨੇ। ਮੇਰੀ ਉਹਨਾਂ ਸਾਰੇ ਲੋਕਾਂ ਅੱਗੇ ਵੀ ਰਿਕਵੈਸਟ ਹੈ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਨੇ, ਸਬਸਕ੍ਰਾਈਬ ਕਰਦੇ ਨੇ ਅਤੇ ਇਹਨਾਂ ਦੇ ਚਸਕੇ ਲੈਣ ਵਾਸਤੇ ਇਹਨਾਂ ਦੀਆਂ ਵੀਡੀਓ ਵੇਖਦੇ ਨੇ। ਭਲਾ ਤੁਹਾਨੂੰ ਇਹਨਾਂ ਦੀਆਂ ਗਾਲੀਆਂ ਸੁਣ ਕੇ ਕੀ ਮਿਲੇਗਾ? ਆਪਣੀ ਆਖਰਤ ਨੂੰ ਸਵਾਰਨ ਵਾਸਤੇ ਕੁਰਾਨ ਪਾਕ ਨੂੰ ਤਰਜਮੇ ਨਾਲ ਪੜ੍ਹੋ ਅਤੇ ਨਮਾਜ਼ ਦੀ ਪਾਬੰਦੀ ਕਰੋ। ਇਹਨਾਂ ਲੋਕਾਂ ਨੇ ਤੁਹਾਡੀ ਉੱਥੇ ਜਾ ਕੇ ਖੈਰ ਖੁਆਈ ਨਹੀਂ ਕਰਨੀ। ਇਹਨਾਂ ਲੋਕਾਂ ਨੇ ਇਹ ਨਹੀਂ ਕਹਿਣਾ ਕਿ ਅੱਲਾ ਸਾਡੀਆਂ ਵੀਡੀਓ ਵੇਖਦੇ ਸਨ ਅਤੇ ਇਹਨਾਂ ਦੀ ਨਮਾਜ਼ ਛੁੱਟ ਗਈ ਸੀ। ਲਿਹਾਜ਼ਾ ਇਹਨਾਂ ਨੂੰ ਇਹਨਾਂ ਦੇ ਹਾਲ 'ਤੇ ਛੱਡੋ। ਇਹਨਾਂ ਦਾ ਤਾਂ ਨਹੀਂ ਰੌਲੇ ਮੁੱਕਣੇ, ਤੁਹਾਡੇ ਰੌਲੇ ਨਾਲ ਅੱਗੇ ਜਾ ਕੇ ਪੈ ਜਾਣ। ਆਪਣੀ ਫਿਕਰ ਜ਼ਿਆਦਾ ਕਰੋ। ਅੱਲਾਹ ਤਾਲਾ ਤੁਹਾਨੂੰ ਅਤੇ ਮੈਨੂੰ ਦੀਨ ਦੀ ਸਮਝ ਦੇਵੇ ਅਤੇ ਸਾਨੂੰ ਅੱਛੀ ਗੱਲ ਅੱਗੇ ਪਹੁੰਚਾਉਣ ਦੀ ਤੌਫੀਕ ਅਤਾ ਫਰਮਾਵੇ। ਅਸਲਾਮੁ ਅਲੈਕੁਮ ਵਰਹਿਮਤੁল্লাহ।